ਸਕਦਾ। ਮੈਂ ਸਵੇਰ ਦੀ ਖੋਰੇ ਕੋ ਕਿੰਨੀਆਂ ਦੁਆਵਾਂ ਮੰਗੀਆਂ, ਅੱਲਾ ਸੁਣਿਆ ਮੇਰੇ ਪੁੱਤਰ ਨੂੰ ਤੰਦਰੁਸਤੀ ਦੇ ਦੇ। ਅੱਲਾ ਸੁਣਿਆ ਮੇਰੇ ਪੁੱਤਰ ਪਰਦੇਸ ਆਪਣੇ ਬਾਲ ਬੱਚਾ ਲੈ ਕੇ ਬੈਠਾ, ਮਾਂ ਪਿਓ ਲੈ ਕੇ ਬੈਠਾ, ਟੱਬਰ ਜੀਆਂ ਦਾ। ਮੈਂ ਅੱਲਾ ਦੇ ਸਵੇਰ ਦੀ ਹੁਣ ਵੀ ਇਹਨਾਂ ਨੂੰ ਆਂਦੀ ਸਾਂ ਮੇਰੇ ਪੁੱਤਰ ਤੁਸੀਂ ਨਾ ਐਵੇਂ ਪਰੇਸ਼ਾਨ ਹੋਵੋ। ਹੁਣ ਮੈਂ ਟੀਕਾ ਲਾਦਾ, ਟੀਕੇ ਤੇ ਦੇਰ ਹੁੰਦੀ ਹੈ। ਨਹੀਂ ਪੁੱਤਰਾ, ਮੈਂ ਆਪ ਭਾਵੇਂ ਠੀਕ ਰਵਾਂ ਜਾਂ ਨਾ ਰਵਾਂ ਵੱਖਰੀ ਗੱਲ ਹੈ, ਮੈਨੂੰ ਤੂੰ ਸਵੇਰ ਦਾ ਲੰਮਾ ਪਿਆ ਸਨ ਤੇ ਮੈਨੂੰ ਰੋਗ ਭਰੇ ਜਾਂਦੇ ਸਨ। ਅਸਾਂ ਅੱਲਾ ਸੁਣਿਆ ਮੇਰੇ ਪੁੱਤਰ ਨੂੰ ਤੰਦਰੁਸਤੀ ਦੇ। ਸਵੇਰ ਦਾ ਫਿਰ ਤੁਰ ਕੇ ਦੁਕਾਨਾਂ ਤੋਂ ਆਉਂਦਾ ਸੀ ਸੌ ਆਪਣਾ, ਤੇ ਅੱਜ ਮੇਰਾ ਪੁੱਤਰ ਨੂੰ ਪੀੜ ਬੜੀ ਹੋਈ। ਫਿਰ ਘੜੀ ਪਿੱਛੋਂ ਪੁੱਛਣੀ ਆ, ਉੱਥੇ ਪੀੜ ਤੇ ਨਹੀਂ ਸਹੀ ਹੋਈ ਪਈ ਅੱਜ ਘੜੀ ਆਪਣੇ ਦਿਲ ਨਾਲ ਹੀ ਪਈ ਕਰਨੀਆਂ ਗੱਲਾਂ। ਤੇ ਅੱਲਾ ਤੈਨੂੰ ਕੁਝ ਨਾ ਪੁੱਤਰਾ ਤੱਤੀ ਵਾਹ ਨਾ ਲੱਗੇ। ਕੁਲਮਾ ਆਲਮ ਦੀਆਂ ਮਾਵਾਂ ਦੇ ਪੁੱਤਰਾਂ ਨੂੰ ਕੁਛ ਨਾ ਹੋਵੇ। ਅੱਲਾ ਸੁਣਿਆ ਤੂੰ ਹਦਾਇਤ ਦੇਈ ਤੇ ਤੰਦਰੁਸਤੀ ਦੁਸ਼ਮਣਾਂ ਤੋਂ ਬਚਾ ਕੇ ਰੱਖੀ। ਅੱਲਾ ਤੂੰ ਤੰਦਰੁਸਤੀ ਤੇ ਸਿਹਤ ਵਾਲੀ ਜ਼ਿੰਦਗੀ ਦੇ ਨਿੱਕਾ ਨਿੱਕਾ ਬਾਲ ਬੱਚਾ ਯਾ ਅੱਲਾ ਸਭ ਤੇ ਖੈਰ ਕਰੀ, ਕੁਲ ਦਾ ਭਲਾ ਤੇ ਕੁਲ ਦੀ ਖੈਰ। ਕਿਸੇ ਦੇ ਪਿੱਛੇ ਮੇਰੀ ਅੰਮਾ ਜੀ ਜਿਹਦੇ ਮਗਰ ਇਸ ਤਰ੍ਹਾਂ ਦੀਆਂ ਦੁਆਵਾਂ ਕਰਨ ਵਾਲੀ ਮਾਂ ਹੋਵੇ ਨਾ, ਉਹਨੂੰ ਸੱਤੇ ਖੈਰਾਂ ਹੁੰਦੀਆਂ, ਉਹਨੂੰ ਕੋਈ ਰੌਲਾ ਨਹੀਂ ਮੰਗਦੀਆਂ ਨੇ। ਮੈਂ ਕੋਈ ਚੌਖੀ ਨਹੀਂ ਮੰਗਦੀ, ਪਰ ਮਾਵਾਂ ਦੇ ਪੁੱਤਰਾਂ ਨੂੰ ਕੁਛ ਨਾ ਹੋਵੇ ਇਸ ਤਰ੍ਹਾਂ ਹੀ। ਮਾਵਾਂ ਸਾਰੀ ਸਪੈਸ਼ਲੀ ਪਰਦੇਸਾਂ ਵਿੱਚ ਦੀ ਵੀ ਮਾਂ ਜਿਹੜੀ ਉਹ ਵੀ ਅੱਲਾ ਦੀ ਸਪੁਰਦ ਕਰਦੀ ਹੈ, ਤੇ ਅਫਸਰ ਦੀ ਵੀ ਮਾਂ ਦੀ ਅੱਲਾ ਦੀ ਸਪੁਰਦ। ਅੰਮਾ ਜੀ ਉਹ ਤੇ ਗੱਲ ਸਹੀ ਹੈ। ਪਰਦੇਸਾਂ ਦੇ ਵਿੱਚ ਆਖੀ ਦਾ ਤੇ ਹੈ ਨਾ, ਪਰਦੇਸ ਸਾਹ ਲੈਣ ਦੇ ਵੀ ਪੈਸੇ ਲੱਗਦੇ ਨੇ, ਸਾਹ ਲੈਣ ਦੇ ਵੀ। ਇੱਥੇ ਇੰਨੇ ਕੋ ਖਰਚੇ ਮੈਂ ਹੁੰਦੇ ਘੜੀ ਨੇ। ਕੁ ਪਿਛਾਣੀ ਆ ਵੇਖੋ ਹਾਜੀ ਜੀ, ਅਸੀਂ ਉੱਥੇ ਪੜੋਲੇ ਦਾਣੇ ਤੇ ਮੇਰਾ ਤੇ ਪੁੱਤਰ ਪੈਕਟਾਂ ਚ ਆਟਾ ਲਿਆਉਂਦਾ ਤੇ ਪੈਕਟਾਂ ਚ ਚੌਲ ਲਿਆਉਂਦਾ ਤੇ ਸਾਨੂੰ ਖਵਾਈ ਆਉਂਦਾ। ਮੈਨੂੰ ਸ਼ਰਮ ਆਉਂਦੀ ਹੈ, ਇਹਨੇ ਕਾਹਦੀ ਆਉਂਦੀ ਹੈ। ਅੱਲਾ ਮਾਫ ਕਰੇ। ਆਂਦੇ ਨੇ ਉੱਥੇ ਵੀ ਰੁੜ ਗਈਆਂ। ਨਹੀਂ ਅੰਮੀ, ਇੱਥੇ ਹੁਣ ਲੱਭਦੇ ਹੀ 5-5 ਕਿਲੋ ਵਾਲੇ ਪੈਕਟ ਨੇ। ਬੋਰੀ ਲੱਭੇ ਤੇ ਮੈਂ ਮਾਂ ਆਪਣੇ ਆਸੇ ਮੈਂ ਬੋਰੀਆਂ ਲੈ ਆਵਾਂ। ਕਿਹੜੀ ਗੱਲ ਹੈ? ਪੜੋਲੇ ਭਰੇ ਨੇ ਚੌਲਾਂ ਦੇ, ਪੁੱਤਰ 5-5 ਕਿਲੋ ਲਿਆਉਂਦਾ ਹੈ। ਤੇ ਅੱਲਾ ਸੁਣਿਆ ਤੇਰਾ ਸ਼ੁਕਰ ਹੈ, ਬਰਕਤ ਪਾਈ। ਜਾਓ ਵੇ, ਚਾਚੂ ਦੀ ਆਵਾਜ਼ ਆਈ। ਜਾਗਾ ਉਹ ਚਾਚੂ ਆ ਗਈ। ਚਾਚੂ ਓ ਵੇ ਲੋ, ਚਾਚੂ ਆ ਗਿਆ ਮੇਰੇ ਪੁੱਤਰ ਦਾ। ਚਾਚੂ ਪਤਾ ਲੈਣ ਆ ਗਿਆ ਤੂੰ ਏਡੀ ਦੂਰੋਂ ਸੂਰਤ। ਓਏ ਉਹਨੂੰ ਕਿੱਡਾ ਚਾਹ ਚੜੇ। ਕੀ ਹਾਲ ਨੇ? ਸੌਰੀ ਮੈਂ ਬਈ ਲੇਟ ਆ ਭਰਾਵਾ। ਕੀ ਹਾਲ ਛੱਡ ਦਿਓ ਕਰਮ ਖਰੀਅਤ ਠੀਕ ਹੋ? ਸੋਟੀਆਂ ਵੀ ਲੈ ਆਂਦੀਆਂ ਨੇ ਨਾਲ ਹੀ। ਕਿੱਥੇ ਮੈਂ ਇੱਕ ਜਿਹੜੇ ਨਾ ਉਹ ਤੁਸੀਂ ਆਪੋ ਹੀ ਜਿਹੜੇ ਨਾ ਇੰਜ ਅੱਲਾ ਮਾਫ ਕਰਿਓ। ਜਾ ਤੂੰ ਕਸਮ ਯਾਰ ਇੱਕ ਗੱਲ ਕਰ। ਇੱਕ ਕੰਮੀ ਜੋਗੀ ਲੈ ਕੇ ਆਇਆ ਮੈਂ। ਨਹੀਂ ਮੈਨੂੰ ਤੇ ਲੱਗ ਤਾਂ ਟੀਕਾ ਲੱਗ ਗਿਆ ਤੇ ਮੈਂ ਓਕੇ ਆ ਮੇਰਾ ਭਰਾ, ਟੈਨਸ਼ਨ ਵਾਲੀ ਗੱਲ ਨਹੀਂ ਹੈ। ਮੈਂ ਓਕੇ ਇੱਕ ਜਿਹੜਾ ਨਾ ਉਹ ਜੇ ਦੋਵਾਂ ਦੇ ਨਾਲ ਦੁੱਖ ਹੈ ਕਰਕੇ ਤੁਰਿਆ ਜਾਣਾ। ਓ ਯਾਰ ਤੂੰ ਕਿਹੋ ਜੀ ਗੱਲ ਕਰ ਰਿਹਾ ਅੱਬਾ ਜੀ? ਛਾਣੀ ਵਾਲੀ ਜਿਹੜੀ ਸਮਝ ਲਓ ਇਸ ਟਾਈਮ ਬੜੀ ਟੈਨਸ਼ਨ ਵਾਲੀ ਜਿਹੜੀ ਕੋਈ ਸਮਝ ਲਓ ਬੁਰੀ ਖਬਰ ਨਾ ਆਈ ਦੀ, ਤੇ ਉਹ ਮੈਂ ਤੁਹਾਨੂੰ ਸੁਣਾ ਲੱਗਾ ਜੇ। ਤੇ ਉਸ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਇਹ ਗੱਲ ਕਰਨਾ ਚਾਹੁੰਦਾ ਵਾਂ। ਇੱਕ ਵਾਰੀ ਸਾਰੇ ਮੇਰਾ ਭਰਾ ਸਾਰੇ ਇੱਕ ਵਾਰੀ ਦੁਆ ਕਰੋ, ਦਰੂਸ਼ੀ ਪੜੋ। ਮੇਰਾ ਭਰਾ ਸਾਰੇ ਦੇ ਸਾਰੇ ਠੀਕ ਹੈ। ਤੇ ਮੇਰੇ ਯਾਰ ਵਾਸਤੇ ਦੁਆ ਕਰੋ, ਕਿਉਂਕਿ ਮੇਰਾ ਯਾਰ ਚੀਮਾ ਜਿਹੜਾ ਹੈਗਾ ਨਾ ਬੜਾ ਸਖਤ ਬਿਮਾਰ ਜੇ। ਤੇ 1 2 3 ਚੈੱਕ ਕਰੋ ਜੀ। अस्सलाम वालेकुम चीमा साहब दी ग्रेट माशाल्लाह माशाल्लाह माँ जी रौनक लगी है। अस्सलाम वालेकुम चीमा साहब दी ग्रेट। सुनाओ की हाल चाल भाई साहब? सुनाओ शहजादे की हाल चाल है? मैं कि मेरा यार बीमार है ते मैं फिर खुद इंशाल्लाह अपने यार दी दिहाड़ा नहीं जाया हो लगा, मैं व्लॉगिंग खुद करा दे। भाई सुनाओ की हाल चाल है? ठीक हो? ਤੇ ਬਾਕੀ ਜਿਹੜੀ ਹੁਣ ਅੱਲਾ ਲੈ ਮਸਲਾ ਮਸਾਇਲ ਮੈਂ ਦੱਸਾਂ ਜਾਂ ਤੁਸੀਂ ਦੱਸੋਗੇ? ਤੇਰੀ ਮਿਹਰਬਾਨੀ ਹੈ। ਜਿੰਨਾ ਕੋ ਤੂੰ ਕਮਾ ਰਿਹਾ ਨਾ ਇੰਜ ਕਰ ਰਿਹਾ, ਮੈਨੂੰ ਲੱਗਦਾ ਮੈਨੂੰ ਠੀਕ ਹੋ ਕੇ ਤੇ ਅੱਜ ਦੀ ਡਿਊਟੀ ਵੀ ਦੇਣੀ ਪੈਣੀ। ਚੀਮਿਆ ਤੈਨੂੰ ਪਤਾ ਕੋਈ ਨਹੀਂ, ਅੱਜ ਤੇਰੇ ਭਰਾ ਕੋ ਮੋਬਾਈਲ ਹੈ। ਮੇਰੀ ਜਾਨ ਇੰਜ ਘੁੰਮਣਾ ਤੇ ਇਹ ਜਿਹੜਾ ਘੁੰਮਣਾ ਨਾ। ਮਾਂ ਜੀ ਤੁਸੀਂ ਸੁਣਾਓ ਕੀ ਹਾਲ ਚਾਲ? ਖਸਮਾਂ ਨੂੰ ਖਾਵੇ ਮੇਰੇ ਤੇ ਨਾਨ ਪਵੇ। ਹਾਜੀ ਜੀ ਤੁਸੀਂ ਸੁਣਾਓ ਕੀ ਹਾਲ ਚਾਲ? ਆ ਡਾਂਗ ਫੜਾ ਆਹੀ ਡਾਂਗ ਨਾ ਫੜੋ। ਡਾਂਗ ਤੋਂ ਯਾਦ ਆਇਆ, ਡਾਂਗ ਸਹੀ ਹੋ ਗਈ ਜੇ ਹੈ ਮਾਸ਼ਾਅੱਲਾ। ਚੀਮਾ ਸਾਹਿਬ ਸੁਣਾਓ। ਮਾਂ ਜੀ ਤੁਸੀਂ ਸੁਣਾਉਂਦੇ ਹੋ ਮੈਂ ਸੁਣਾਵਾਂ? ਤੂੰ ਹੀ ਸੁਣਾ ਲੈ, ਤੈਨੂੰ ਵਾਵਾ ਗੱਲਾਂ ਬਾਤਾਂ ਆਉਂਦੀਆਂ ਨੇ ਮੈਨੂੰ। ਗੱਲ ਭਲਾ ਕੀ ਹੈ ਮਾਂ ਜੀ? ਉਹ ਕਹਿੰਦੇ ਨੇ ਨਾ, ਜਿਹਨੇ ਯਾਸਰੇ ਨੂੰ ਸਤਾਇਆ ਨਾ ਉਹਨੇ ਜ਼ਿੰਦਗੀ 'ਚ ਦੁੱਖ ਹੀ ਪਾਇਆ। ਉਹਨੇ ਰਕਸ਼ਾ ਹੀ ਚਲਾਇਆ। ਉਹਨੇ ਰਕਸ਼ਾ ਨਹੀਂ ਚਲਾਇਆ ਚੀਮੇ, ਉਹਨੇ ਦੁੱਖ ਹੀ ਪਾਇਆ। ਮੈਂ ਚੰਗਾ ਭਲਾ ਮਾਂ ਜੀ ਮੈਂ ਤੁਹਾਨੂੰ ਉਹੀ ਸੁਣਾ ਲੱਗਾ ਨਾ ਮੌਕੇ ਵਾਰਦਾਤ ਕੀ। ਕੱਲ ਵੇਖੋ ਮੈਂ ਆਇਆ ਬੱਚਿਆਂ ਨੂੰ ਫੜਾ ਤਰਾ ਕੇ, ਚੰਗਾ ਭਲਾ ਮੈਂ ਬੱਚਿਆਂ ਨਾਲ ਮੈਚ ਖੇਲਣਾ ਪਿਆ ਵਾ।
ਮੈਂ ਤੇ ਜ਼ੇਬ ਭਾਈ ਵਾੜੀ ਲੈ ਰਿਹਾ ਅੱਛੇ ਤਰੀਕੇ ਦੇ ਨਾਲ ਤੇ ਉਧਰੋਂ ਆਇਆ ਬੱਟ ਸਾਹਿਬ ਦੇ ਨਾਲ ਐਵੇਂ ਨਾ ਗੱਡੀ ਤੋਂ ਉਤਰਿਆ ਮਾਮਾ ਬਣਿਆ ਮੈਂ ਵੀ ਖੇਲਣਾ ਮੈਂ ਵੀ ਫੜਾਓ ਜੀ ਬੱਲਾ ਬੱਲਾ ਫੜ ਲਿਆ ਗੁੱਸੇ 'ਚ ਮੈਨੂੰ ਕੋਈ 3 ਤੋਂ 4 ਛੱਕੇ ਮਾਰੇ ਤੇ ਫਿਰ ਹਾਂ ਤੇ ਲੱਗਣੀ ਸੀ ਨਾ ਆ ਗੱਲ ਹੈਗੀ ਏ ਸੱਚ ਹੈ ਉਹੀ ਨਾ ਕੱਲ ਦੀ ਪੀੜ ਤੇ ਹੁਣ ਪੀੜ ਕਢਾ ਬੈਠਾ ਨਾ ਸੱਜਣੋ 1 ਮਿੰਟ ਚ ਮੈਂ ਸ਼ਰਵਾਰ ਤੇ ਨਹੀਂ ਲਾਈ ਹੋਈ ਯਾਰ ਨਹੀਂ ਨਹੀਂ ਅੱਛਾ ਮੈਂ ਕਿਹਾ ਸ਼ਾਇਦ ਆਵੇ ਮੈਂ ਕੋਲ ਕਾਕਾ ਉਹੀ ਨਾ ਇਹ ਨਾ ਲਾ ਲਿਓ ਇੱਕ ਪਾਸੇ ਲੱਤ ਸਾਰੀ ਜਿਹੜੀ ਹੈਗੀ ਨਾ ਮੇਰੇ ਚੀਮੇ ਦੀ ਦਰਦ ਕਰਦੀ ਵੀ ਜੇ ਤੇ ਅੱਲਾ ਖੈਰ ਕਰੇ ਤੇ ਉਹੀ ਨਾ ਕਦੀ ਪੀੜ ਮਾਜੀ ਰੀ ਦੀ ਮੈਂ ਤੇ ਨਹੀਂ ਉਹ ਆਂਦਾ ਖਿੱਚ ਲੱਗੀ ਨਹੀਂ ਅੱਲਾ ਮਾਫੀ ਕਰਿਓ ਨਹੀਂ ਇਹ ਖਿੱਚ ਵਾਲਾ ਮਸਲਾ ਹੈ ਯਾਰ ਖਿੱਚ ਵੀ ਅੱਛਾ ਅਮਾ ਜੀ ਇਤਨੀ ਕੁ ਸ਼ਦੀਦ ਕਿਸਮ ਦੀ ਦਰਦ ਸੀ ਕਿ ਅਕਸਰ ਪਤਾ ਕਿਸੇ ਵੇਲੇ ਖਾਬ ਦੇ ਵਿੱਚ ਇਸ ਤਰ੍ਹਾਂ ਦੀ ਸੂਰਤ-ਹਾਲ ਹੁੰਦੀ ਹੈ ਕਿ ਬੰਦਾ ਮੂਵ ਨਹੀਂ ਕਰ ਸਕਦਾ ਟੁਰ ਨਹੀਂ ਸਕਦਾ ਲੱਤਾਂ ਤੇ ਭਾਰ ਨਹੀਂ ਪੈਂਦਾ ਪਤਾ ਇੰਜ ਹੁੰਦਾ ਹੈ ਖਾਬ ਜੀ ਇਸ ਤਰ੍ਹਾਂ ਹੁੰਦੀ ਹੈ ਖਾਬ ਨੇ ਹਕੀਕਤ ਵੀ ਹੁੰਦੀ ਨਹੀਂ ਮੈਂ ਉਹ ਬਿਆਨਾ ਕਿ ਇਸ ਤਰ੍ਹਾਂ ਕਦੀ ਖਾਬ ਆਉਂਦੀ ਸੀ ਕਿ ਬੰਦਾ ਹਿੱਲ ਨਹੀਂ ਸਕ ਰਿਹਾ ਇੰਜ ਹੁੰਦਾ ਵੀ ਯਾਰ ਲੈ ਮੈਂ ਕਦੇ ਸਹੀ ਹੋਣਾ ਹੈ ਕਿ ਨਹੀਂ ਹਾਂ ਔਰ ਇਹ ਸੂਰਤ-ਹਾਲ ਸੀ ਕਿ ਮੈਂ ਨਾ ਸਾਂ ਕਿ ਯਾਰ ਬੰਦਾ ਇਹ ਮੇਰੀਆਂ ਲੱਤਾਂ ਤੇ ਪੈਰਾਂ ਤੇ ਭਾਰ ਕਿਉਂ ਨਹੀਂ ਪੈ ਰਿਹਾ ਔਰ ਮੈਂ ਖਲੋ ਕਿਉਂ ਨਹੀਂ ਪਾ ਰਿਹਾ ਆਪਣੀਆਂ ਲੱਤਾਂ ਤੇ ਮਾਫ ਕਰੇ ਪੁੱਤਰ ਤੇ ਫਿਰ ਇਹ ਹੀ ਸੀ ਮੈਂ ਨਾ ਕਿ ਹੁਣ ਪਤਾ ਨਹੀਂ ਅਗਲੇ ਕਿੰਨੀ ਕੁ ਹੈ ਹੁਣ ਪੈਰਾਂ ਤੇ ਖਲੋਤਾ ਜਾਣਾ ਅੱਲਾ ਤੰਦਰੁਸਤੀ ਦੇਵੇ ਸ਼ੁਕਰ ਮੇਲਾ ਤੇ ਆਪਣੀ ਜਗ੍ਹਾ ਹੀ ਨਾ ਕਰੋ ਲਾ ਲਿਓ ਆ ਤੇ ਅੱਲਾ ਕੁਝ ਨਾ ਕਰੇ ਪੁੱਤਰਾ ਅੱਲਾ ਕਿਸੇ ਮਾਂ ਦੇ ਪੁੱਤਰ ਨੂੰ ਨਾ ਕੋਈ ਦੁੱਖ ਤਕਲੀਫ ਨਾ ਧੀਆਂ ਨੂੰ ਨਾ ਪੁੱਤਰਾਂ ਨੂੰ ਉਦੋਂ ਸਵੇਰੇ ਬਾਹਰ ਹੁਣ ਪਤਾ ਲੱਗਾ ਇਹ ਆਏ ਸਨ ਰਾਤੀ ਵੀ ਇਹ ਪੁੱਛਦੇ ਰਹੇ ਨੇ ਮੈਂ ਕੋਈ ਨਹੀਂ ਸਵੇਰੇ ਉਹੀ ਆਖਿਆ ਅੱਲਾ ਦੇ ਭਾਈ ਆਏ ਨੇ ਸਪੈਸ਼ਲ 2-3 ਗਾਹਕ ਆਏ ਨੇ ਲਾਈਨ 'ਚ ਲੱਗੇ ਨੇ ਗਾਹਕ ਮੋੜ ਕੇ ਆਏ ਨੇ ਕਹਿੰਦਾ ਮੈਂ ਪਤਾ ਲਾਇਆ ਵਾ ਭਾਈ ਦਾ ਜਨਾ ਕਰੋ ਸਾਡਾ ਕਪਤਾਨ ਹੈ ਮੇਨ ਮੈਂ ਬੋਲਦਾ ਪਤਾ ਲਾਇਆ ਵਾ ਤੇ ਗੱਲ ਭਲਾ ਕੀ ਜੇ ਸੱਜਣੋ ਕਿ ਮੈਂ ਤੁਹਾਨੂੰ ਦੱਸਿਆ ਇਹ ਗੱਲ ਮਾਂ ਜੀ ਤੁਸੀਂ ਐਵੇਂ ਨਾ ਟੈਨਸ਼ਨ ਲਵੋ ਹੋ ਜਾਂਦਾ ਯਾਰ ਮਸਲ ਪੁੱਲ ਹੋ ਜਾਂਦਾ ਦੇ ਭਾਈ ਇਹ ਸਿਰਫ ਮਸਲ ਪੁੱਲ ਏ ਮੇਰੇ ਨਾਲ ਚੱਲ ਇਹਦਾ ਇਲਾਜ ਮੇਰੇ ਕੋਲ ਸਿਰਫ ਮੈਂ ਤੈਨੂੰ ਇੱਕ ਟੀਕਾ ਇੰਜ ਠੋਕਣਾ ਡਾਕਟਰ ਮਜ਼ੀਨੀ ਨੇ ਟੀਕਾ ਠੋਕਣਾ ਚੀਮੇ ਤੋਂ ਉਸੇ ਟਾਈਮ ਪਾ ਵਿਛਾਣਾ ਕਿ ਡਾਕਟਰ ਨੇ ਠੋਕਣਾ ਮਾਂ ਜੀ ਜੇ ਮੈਂ ਠੋਕਣਾ ਤਾਂ ਮੈਨੂੰ ਵੀ ਲਾਣਾ ਹੁੰਦਾ ਮੇਰੇ ਪੁੱਤਰਾ ਤੇ ਜੇ ਤੂੰ ਉੱਥੇ ਨਹੀਂ ਜਾਣਾ ਤੇ ਮੈਂ ਇੱਥੇ ਲੈਣਾ ਸਾਡੇ ਤੇ ਨਾ ਜਾ ਸਿੱਖੀ ਜੇ ਤੁਹਾਨੂੰ ਮੇਰੇ ਤੇ ਨਹੀਂ ਯਕੀਨ ਤੇ ਮੈਂ ਹਾਜੀ ਹੋਣਾ ਟੀਕਾ ਲਾ ਕੇ ਦਿਖਾਣਾ ਲੈ ਟੀਕਾ ਤੈਨੂੰ ਕੋਈ ਨਹੀਂ ਕੋਈ ਜੀ ਲੱਭਦਾ ਮੇਰਾ ਸਿਰ ਦਾ ਸਾਈ ਲੱਭ ਮਾਂ ਜੀ ਯਕੀਨ ਮੰਨੋ ਆਸਮ ਭਾਈ ਨੂੰ ਪੁੱਛ ਲਓ ਤੇ ਕੋਈ ਬੰਦਾ ਬਿਮਾਰ ਹੁੰਦਾ ਦਵਾਈ ਕਿਹਦੇ ਕੋਲ ਲੈਂਦਾ ਤੁਸੀਂ ਮੇਰੇ ਕੋਲ ਲੈਂਦਾ ਦਵਾਈ ਮਾਂ ਜੀ ਥੋੜਾ ਘੱਟ ਹਲਾ ਅੱਲਾ ਦਾ ਮੈਂ ਕੀ ਹੋ ਗਿਆ ਚੀਮਾ ਦਾ ਮੋਬਾਈਲ ਮੇਰੇ ਕੋਲ ਹੈ ਮੇਰੀ ਜਾਨ ਮੈਂ ਜਿਵੇਂ ਮਰਜ਼ੀ ਹਿਲਾਵਾ ਮੈਂ ਇੱਥੇ ਥੱਲੇ ਕਰਾਂ ਮੈਂ ਜਿੱਥੇ ਮਰਜ਼ੀ ਕਰਾਂ ਤੇ ਲਿਆਦਾ ਤੁਸੀਂ ਉਠੋ ਇੱਥੇ ਤੁਹਾਨੂੰ ਇੱਕ ਟੀਕਾ ਲਵਾਣਾ ਮਸਲ ਦਾ ਤੇ ਤੁਹਾਨੂੰ ਦਰਦ ਤੁਹਾਡੀ ਨਜ਼ਰ ਹੀ ਨਹੀਂ ਆਣੀ ਯਾਸਰ ਘਰ ਵਾਲੀ ਨੂੰ ਗੋਲੀ ਫੱਕੀ ਦਿਆ ਕਰ ਮਾਂ ਜੀ ਉਹ ਦਿੰਦਾ ਨਾ ਉਹਨੂੰ ਸਾਡੇ ਤੇ ਚਾਚਾ ਸਿੱਖਣਾ ਨਾ ਤੈਨੂੰ 16-17 ਵਾਲੀ ਨੂੰ ਤਾਂ ਦੇ ਕੇ ਨਾ ਇੰਜੀ ਭੈੜੀਆਂ ਅੰਨਿਆ ਕਰ ਗੋਲੀਆਂ ਛੜਿਆ ਤੇ ਉਹਨੂੰ ਵੀ ਬਿਮਾਰ ਕਰ ਛੜਿਆ ਉਹਨੂੰ ਬਲੱਡ ਪ੍ਰੈਸ਼ਰ ਉਹਨੂੰ ਦਮੇ ਦਾ ਨੁਕਸ ਉਹਨੂੰ ਪਤਾ ਨਹੀਂ ਕੀ ਕੁਝ ਹੋ ਇਹਨੇ ਗਿਆ ਕਰ ਛੜਿਆ ਅਲਹਮਦੁਲਿਲਾ ਐਸੀ ਕੋਈ ਗੱਲ ਨਹੀਂ ਹੈਗੀ ਨਾ ਹੁਣ ਸਾਰੀ ਗੋਲੀਆਂ ਖਤਮ ਹੋ ਗਈਆਂ ਠੀਕ ਹੈ ਨਾ ਉਹਦੀਆਂ ਵੀ ਤੇਰੀਆਂ ਉਹਦੀਆਂ ਵੀ ਤੇ ਮੇਰੀਆਂ ਵੀ ਮਾਂ ਜੀ ਕੋਈ ਮਸਾ ਨਹੀਂ ਏਕਾ ਕੀਤਾ ਜੀ ਹੁਣ ਨਹੀਂ ਉਹ ਗੱਲ ਹੈਗੀ ਹਰ ਬਿਮਾਰੀ ਦਾ ਮੇਰੇ ਕੋਲ ਹੱਲ ਹੁੰਦਾ ਹੈ ਐਸੀ ਕੋਈ ਗੱਲ ਨਹੀਂ ਮਰ ਮਸਲਾ ਕੀ ਹੈ ਯਕੀਨ ਦੀ ਗੱਲ ਹੁਣ ਤੁਹਾਨੂੰ ਯਾਸਰ ਤੇ ਨਹੀਂ ਯਕੀਨ ਤੇ ਤੁਹਾਨੂੰ ਕਿੱਥੋਂ ਆਰਾਮ ਆਣਾ ਹੈ ਜਿਨ੍ਹਾਂ ਨੂੰ ਯਕੀਨ ਹੈ ਉਹਨੂੰ ਪੁੱਛੋ ਹੁਣ ਪਰਸੋਂ ਕੀ ਹੋਇਆ ਫੈਜ਼ਾਨ ਆਇਆ ਕਹਿੰਦਾ ਮੇਰਾ ਸਿਰ ਦਰਦ ਹੋ ਰਿਹਾ ਤੇ ਯਕੀਨ ਮੰਨੋ ਹੁਣ ਮੈਂ ਗੁਰਦੇ ਦੀ ਗੋਲੀ ਦੇਤੀ ਉਹਨੂੰ ਆਰਾਮ ਆ ਗਿਆ ਕੀ ਸੀ ਉਹਨੂੰ ਯਕੀਨ ਸੀ ਕਿਉਂਕਿ ਮੇਰੇ ਕੋਲ ਯਾਰ ਸਿਰ ਦਰਦ ਦੀ ਗੋਲੀ ਮੇਰੇ ਕੋਲ ਮੁੱਕ ਗਈ ਸੀ ਤੇ ਮੈਂ ਦੁਆ ਪਰਚਾ ਕਰਾਣਾ ਹੀ ਆਪਣੇ ਯਾਰ ਮੈਂ ਦੁਆ ਮੰਗੀ ਅੱਲਾ ਕੇ ਨਹੀਂ ਉਹ ਸਾਰੇ ਜਿਸਮ ਦੀ ਦਰਦ ਦੀ ਸੀ ਨਾ ਚੀਮਾ ਸਾਹਿਬ ਤੇ ਮੈਂ ਕਿਹਾ ਚੱਲ ਆਰਾਮ ਆ ਜਾਏਗਾ ਖਾ ਲੈ ਤੇ ਮੈਂ ਕਿਹਾ ਸੁਣਾ ਸੁਬਾ ਮੈਨੂੰ ਪੂਰੀ ਰਾਤ ਲੱਗੀ ਰਹੀ यार ਹੁਣ ਅੱਲਾ खैर करे आराम आ गया वे तो सुबह कहता बॉस मैं ठीक हो गया ये मुझे बस नेक्स्ट टाइम गोली ना मुझे एक आधी दे दो मैं पास रख लूं मैं क्या नहीं जे पास नहीं रखनी तो मेरे को ही लेनी है ਸਮਝੋ ਇਹ ਛੋਟਾ ਪੀਰ ਤੇ ਦੂਸਰਾ ਜਿਹੜੀ ਗੱਲ ਨਾ ਚੀਮਾ ਸਾਹਿਬ ਤੁਸੀਂ ਮੰਨੋ ਕੱਲ ਤੁਹਾਨੂੰ ਬੈਟਿੰਗ ਨਹੀਂ ਸੀ ਕਰਨੀ ਚਾਹੀਦੀ ਤੁਹਾਨੂੰ ਬੱਲਾ ਵੇਖ ਕੇ ਲਾਲਚ ਆ ਜਾਂਦੀ ਜਿਵੇਂ ਉਹਨੂੰ ਬੰਦੇ ਨੂੰ ਦਰਬਾਰ ਜਾਂਦਾ ਨਾ ਰੋਟੀ ਵੇਖ ਕੇ ਲਾਲਚ ਆ ਜਾਂਦੀ ਏ ਤੇ ਤੁਹਾਨੂੰ ਬੱਲਾ ਵੇਖ ਕੇ ਲਾਲਚ ਆ ਜਾਂਦੀ ਏ ਪੁੱਤਰ ਤੁਹਾਡਾ ਰਾਮ ਕਿੱਥੋਂ ਆਵੇ ਮੈਨੂੰ ਛੱਕੇ ਮਾਰੇ ਨੇ ਮੈਨੂੰ ਮਾਂ ਜੀ ਜ਼ਰਾ ਵੀ ਤਰਸ ਨਹੀਂ ਖਾਦਾ ਯਾਰ ਉਹਨੇ ਯਾਰ ਮੇਰੇ ਨੂੰ ਪੁੱਛ ਮੈਂ ਸਾਰੀ ਰਾਤ ਇੰਨੀਆਂ ਦਵਾਵਾਂ ਮੰਗਦੀ ਰਹੀ ਆਨੀਆਂ ਅੱਲਾ ਸੁਣਿਆ ਮੇਰਾ ਪੁੱਤਰ ਨੂੰ ਤੰਦਰੁਸਤੀ ਦੇ ਰਾਤੀ ਹਾਂ ਆਏ ਨਹੀਂ ਮਾਂ ਮੇਰੀ ਇਹ ਪਿਆ ਕਰੇ ਤੇ ਮੈਂ ਕਿਹਾ ਮਾਂ ਸਦਕੇ ਜਾਏ ਮਾਂ ਹੁਣ ਕੀ ਕਰੇ ਕਿਹੜੇ ਪਾਸੇ ਜਾਏ ਤੇ ਉਹਦੇ ਕਿਹੜੇ ਲਈ ਰਾਮ ਆਇਆ ਸੀ ਤੇ ਕਿਹੜੇ ਲਈ ਅੱਖ ਲੱਗੀ ਨਾ ਯਾਰ ਕਰੋ ਕਰਦਾ ਨਹੀਂ ਸਭ ਮੇਰੇ ਮੂੰਹ ਨਿਕਲਦਾ ਸੀ ਹਾਂ ਇੰਨੀ ਪੀੜ ਹੋਈ ਸੀ ਇੰਨੀ ਪੀੜ ਰਾਤੀ ਬੜੀ ਸੱਜੀ ਖੱਬੀ ਲੱਤ ਮਾਂ ਸਦਕੇ ਜਾਏ
ਚਲੋ ਦਮ ਵੀ ਕਰਵਾਓ ਨਾ ਨੂੰ ਦਮ ਵੀ ਕਾਰੇ ਸਾਹਿਬ ਨੂੰ ਬੁਲਾਣਾ ਕੋਲ ਕਰਾਈ 3 ਦਮ ਕਰਾ ਬੈਠਾ ਫੋਨ ਉਹਦੇ ਕੋਲ ਕਰਾ ਲਈਏ ਚਲੋ ਕੋਈ ਨਹੀਂ ਅੱਲਾਹ ਪਾਕ ਖੈਰ ਕਰੇ ਸਜਣੋ ਇੱਕ ਵਾਰੀ ਸਾਰੇ ਮੇਰੇ ਚੈਨਲ ਤੇ ਦੁਆ ਕਰੋ ਯਾਰ ਚੀਮਾ ਸਾਹਿਬ ਵਾਸਤੇ ਯਾਰ ਮੇਰਾ ਇਸ ਟਾਈਮ ਵਾਕਈ ਬੜਾ ਸਖਤ ਜਿਹੜਾ ਹੈਗਾ ਨਾ ਮੇਰਾ ਡਾਕਟਰ ਸਰਫਰਾਜ਼ ਸਾਹਿਬ ਨਾਲ ਰਾਤੀ ਰਾਬਤਾ ਹੋਇਆ ਹੈ ਤੇ ਉਹਨਾਂ ਨੇ ਆਖਿਆ ਕਿ ਤੁਸੀਂ ਚੀਮਾ ਸਾਹਿਬ ਇਹ ਮਸਲਸ ਉਹਨਾਂ ਮੈਨੂੰ ਨਾ ਅੱਧਾ ਘੰਟਾ ਉਹਨਾਂ ਆਖਿਆ ਕੈਮਰਾ ਰੱਖ ਦਿਓ ਤੁਸੀਂ ਮੈਨੂੰ ਖੜੇ ਹੋ ਕੇ ਦੱਸੋ ਉਹਨਾਂ ਮੇਰੇ ਕੋਲ ਐਕਸਰਸਾਈਜ਼ਾਂ ਕਰਵਾਈਆਂ ਨੇ ਪੁੱਛਿਆ ਹੁਣ ਥੱਲੇ ਝੁਕੋ ਹੁਣ ਪਿਛਾ ਨੂੰ ਝੁਕੋ ਦੱਸੋ ਕਿੱਥੇ ਜ਼ਿਆਦਾ ਸ਼ਦੀਦ ਦਰਦ ਹਾਂ ਉਹਦੇ ਮੁਤਾਬਕ ਫਿਰ ਉਹਨਾਂ ਆਖਿਆ ਨਹੀਂ ਤੁਹਾਡਾ ਕੋਈ ਟਿਸ਼ੂ ਹੀ ਜਿਹੜਾ ਨਾ ਉਹਦਾ ਮਸਲਾ ਬਣਿਆ ਪਾਟਾਂ ਦੇ ਜਿਹੜੇ ਹਾਂਜੀ ਹਾਂਜੀ ਚੀਮਾ ਸਾਹਿਬ ਗੱਲ ਥੋੜੀ ਜਿਹੀ ਸ਼ੁਗਲ ਵੇਲੇ ਦੀ ਡਾਕਟਰ ਸਾਹਿਬ ਤੁਹਾਡੀ ਮਿਹਰਬਾਨੀ ਮਜ਼ਾਕ ਕਰ ਰਹੇ ਬੁਰਾ ਨਾ ਮਨਾਣਾ ਡਾਕਟਰ ਸਾਹਿਬ ਹੜ ਬਿਮਾਰੀ ਦਾ ਹੱਲ ਹੈ ਡਾਕਟਰ ਸਾਹਿਬ ਜਿਵੇਂ ਤੇਰੇ ਕੋਲ ਕੋਲ ਨਹੀਂ ਕੋਈ ਵਾਦਾ ਕਾੜਾ ਹੁੰਦਾ ਸੀ ਡਾਕਟਰ ਸਰਫਰਾਜ਼ ਇਹ ਤੇ ਸਾਹਿਬ ਗੱਲ ਹੈ ਨਾ ਯਾਰ ਉਹ ਵਾਲਾ ਵਾਲੇ ਨੇ ਨਾ ਉਹ ਵਾਲਾ ਵਾਲੇ ਡਾਕਟਰ ਨੇ ਤੇ ਉਹਨਾਂ ਦਾ ਕੀ ਇਹਨਾਂ ਦਾ ਪੈਰ ਦੇ ਨਾਲ ਮੈਂ ਤੇ ਤੁਹਾਨੂੰ ਚੱਕਰ ਦੱਸਣਾ ਅਲਹਮਦੁਲਿਲਾ 36 ਡਿਗਰੀਜ਼ ਨੇ ਉਹਨਾਂ ਦੇ ਕੋਲ 36 ਡਿਗਰੀਆਂ ਨੇ ਹਿਸਾਬ ਲਾ ਲੈ ਅੱਲਾ ਦਾ ਸ਼ੁਕਰ ਅੱਲਾ ਦਾ ਸ਼ੁਕਰ ਹੈ ਹਾਂ, 36 ਯਾਰ ਡਿਗਰੀਆਂ ਨੇ ਉਹਨਾਂ ਦੀਆਂ। ਲੋਕਲ ਨਹੀਂ ਹਾਂਜੀ ਅੱਛਾ ਹਾਂਜੀ ਤੇ ਕਰਮਾ ਵਾਲਿਆ ਜਿਤਨੇ ਵੱਡੇ ਵੱਡੇ ਕੰਪੀਟੀਸ਼ਨ ਹੁੰਦੇ ਨੇ ਨਾ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦੇ ਵਿੱਚ ਜਿਤਨੇ ਬੱਚਿਆਂ ਨੂੰ ਇਨਾਮ ਫਸਟ ਸੈਕੰਡ ਥਰਡ ਪੋਜੀਸ਼ਨਾਂ ਹੁੰਦੀਆਂ ਨੇ ਉਹ ਜੱਜ ਹੁੰਦੇ ਨੇ ਤੇ ਉਹਨਾਂ ਨੇ ਦੇਣੀ ਹੁੰਦੀ ਹੈ ਤੈਨੂੰ ਨਾ ਯਾਰ ਅੱਛਾ ਜੀ ਹਾਂਜੀ ਇਹ ਮਾੜਾ ਮੋਟੇ ਡਾਕਟਰ ਨਹੀਂ ਸੋਰੀ ਡਾਕਟਰ ਸਾਹਿਬ ਮੈਨੂੰ ਸੀ ਪਤਾ ਯਾਰਾ ਅਗਰ ਤੁਸੀਂ ਦੁਨੀਆ ਦੇ ਵਿੱਚ ਕੋਈ ਥੋੜੇ ਬਹੁਤੇ ਮਾਮਲਾ ਤੁਹਾਡਾ ਮਾਮਲਾ ਬਣ ਗਿਆ ਨਾ ਤੇ ਜ਼ਿੰਦਗੀ ਦੇ ਵਿੱਚ ਇੱਕ ਯਾਦ ਰੱਖਣੀ ਹੈ ਗੱਲ ਤੁਹਾਡੇ 2 ਯਾਰ ਹੋਣੇ ਬਹੁਤ ਜ਼ਰੂਰੀ ਨੇ ਇੱਕ ਡਾਕਟਰ ਤੇ ਇੱਕ ਵਕੀਲ ਵਕੀਲ ਦਰਅਸਲ ਮੈਨੂੰ ਇਹ ਲੱਗਾ ਨਾ ਮੈਂ ਕਿ ਯਾਰਾ ਮੇਰੇ ਚੀਮੇ ਦਾ ਯਾਰ ਹੈ ਤੇ ਕਿੰਨਾ ਕੁ ਡਾਕਟਰ ਹੋਣਾ ਵਾਹ ਜੀ ਬਈ ਚੁਗਲ ਦੀ ਗੱਲ ਯਾਰ ਮੈਂ ਡਰ ਕੀਤੀ ਨਹੀਂ 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 ਮਾਂ ਜੀ ਯਾਰ ਸੰਭੋ ਨਾਨੀ ਕੁਨ ਜਾਨੀ ਸਕੋਨਾ ਇਨ ਜਾਨੀ ਨੋ ਇੰਗਲਿਸ਼ ਟੁਡੇ ਨੋ ਇੰਗਲਿਸ਼ ਓਕੇ ਫਕੀਲ ਹੈ ਅੱਜ ਬੋਲਣੀ ਇਹਦੀ ਜ਼ੁਬਾਨ ਅੱਜ ਇੰਗਲਿਸ਼ ਨਹੀਂ ਬੋਲਣੀ ਤੇ ਬਾਕੀ ਚੀਮਾ ਸਾਹਿਬ ਅੱਲਾਹ ਪਾਕ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਯਾਰਾ ਤੇ ਕੋਈ ਨਹੀਂ ਤੁਸੀਂ ਰੈਸਟ ਕਰੋ ਮੇਰਾ ਭਰਾ ਜਿਹਨੇ ਦਿਨ ਕਰਦਾ ਤੁਹਾਡਾ ਦਿਲ ਤੁਸੀਂ ਰੈਸਟ ਕਰੋ ਹਾਈ ਸਾਹਿਬ ਆਪਣਾ ਮਾਂ ਜੀ ਚੀਮਾ ਸਾਹਿਬ ਦੇ ਬਦਲੇ ਮੈਂ ਹਾਈ ਸਾਹਿਬ ਨੂੰ ਲੈ ਕੇ ਜਾ ਰਿਹਾ ਜੀ ਉਹ ਕੀ ਪਿਆਂਦਾ ਜੇ ਸੁਣੀ ਜੇ ਗੱਲ ਮੈਂ ਕਿ ਚੀਮੇ ਦੇ ਬਦਲੇ ਮੈਂ ਹਾਈ ਸਾਹਿਬ ਨੂੰ ਲੈ ਕੇ ਜਾ ਰਿਹਾ ਜੀ ਦੁਕਾਨੇ ਤੇ ਬਗੈਰ ਤਨਖਾਹ ਤੋਂ ਤੇ ਮਿਹਰਬਾਨੀ ਕਰ ਲਓ ਅੱਜ ਤੇ ਮੈਂ ਜਾ ਕੇ ਨਾ ਕੋਈ ਕੰਮ ਸ਼ਮ ਕਰਾਂ ਕਿਉਂਕਿ ਮੈਂ ਤੇ ਅੱਜ ਚੀਮਾ ਸਾਹਿਬ ਸੱਚ ਪੁੱਛੋ ਬੜੇ ਮੂਡ 'ਚ ਆਇਆ ਸੀ ਮੇਰਾ ਦਿਲ ਸੀ ਅੱਜ ਮਾਂ ਨਾਲ ਕੋਈ ਪ੍ਰੈਂਕ ਕਰਦੇ ਕੋਈ ਇੰਟਰਵਿਊ ਕਰਦੇ ਇਹ ਤੁਸੀਂ ਮੇਰੀ ਡਰੈਸਿੰਗ ਤੇ ਵੇਖੋ ਜ਼ਰਾ ਇੱਕ ਮਿੰਟ ਪੂਰਾ ਤਿਆਰ ਹੋ ਕੇ ਆਇਆ ਮੈਂ ਮਿਸ਼ਨ ਤੇ ਮੈਂ ਕਿ ਚਲੋ ਜਾ ਕੇ ਨਾ ਸ਼ੁਗਰ ਮੇਲਾ ਲਾਣੇ ਆ ਪਰ ਬਾਕੀ ਕੋਈ ਨਹੀਂ ਮਸਲਾ ਤੁਸੀਂ ਠੀਕ ਹੋ ਲਵੋ ਕਹਿੰਦੇ ਨੇ ਸਿਹਤ ਤੰਦਰੁਸਤੀ ਹੋਵੇ ਤੇ ਕੋਈ ਨਹੀਂ ਫਿਰ ਹਾਸੇ ਮਜ਼ਾਕ ਸ਼ੁਗਰ ਮੇਰੇ ਲੱਗਦੇ ਰਹਿਣਗੇ ਤੇ ਬਾਕੀ ਕੋਈ ਨਹੀਂ ਆਜੋ ਮੈਂ ਤੁਹਾਨੂੰ ਟੀਕਾ ਵੀ ਲਵਾਵਾ ਬਾਕੀ ਗੱਲਾਂ ਬਾਤ ਦੀਆਂ ਕੁਝ ਡਾਕਟਰ ਸਾਹਿਬ ਕੋਲ ਆ ਗਿਆ ਡਾਕਟਰ ਸਾਹਿਬ ਨੇ ਆਖਿਆ ਬਹੁ ਇੱਥੇ ਤੁਹਾਨੂੰ ਕਰਨੇ ਚੈੱਕ ਟੀਕਾ ਲਾਣਾ ਇਹਨੇ ਮੈਨੂੰ ਦੱਸਦਾ ਪਿਆ ਤੇ ਮੈਨੂੰ ਬਚਪਨ ਦੀ ਇੱਕ ਗੱਲ ਯਾਦ ਹੈ ਕਿ ਮੈਂ ਟੀਕਾ ਮੈਨੂੰ ਲੈ ਕੇ ਗਏ ਅਮਾ ਜੀ ਹਸਪਤਾਲ ਸਾਡੇ ਪਿੰਡ ਹਸਪਤਾਲ ਹੈ ਸਰਕਾਰੀ ਤੇ ਡਾਕਟਰ ਨੇ ਆਖਿਆ ਟੀਕਾ ਲੱਗਣਾ ਕਣਕਾਂ ਪੱਕੀਆਂ ਸਨ ਡਾਕਟਰ ਉਧਰ ਟੀਕਾ ਪਾ ਭਰੇ ਇੱਕ ਸਾਈਡ ਤੇ ਹੋ ਕੇ ਤੇ ਚੀਮਾ ਨੱਸ ਗਿਆ ਉੱਥੋਂ 2 ਨਰਸਾਂ ਫੜਿਆ ਸੀ ਛਡਾ ਕੇ ਚੀਮਾ ਐਸਾ ਨਸਿਆ ਕਣਕਾਂ ਦੇ ਵਿੱਚੋਂ ਦੀ ਜਨਾਬੇ ਵਾਲੀ ਲਾਈ ਦੁੜਕੀ ਤੇ ਹੱਥਾਂ ਦੇ ਉੱਤੇ ਪਾ ਲਈ ਜੁੱਤੀ ਜਿਹੜੀ ਹੈ ਸੀ ਨਾ ਉਹ ਵਿੱਚੋਂ ਦੀ ਕਣਕਾਂ ਪੱਕੀਆਂ ਤੇ ਜਨਾਬ ਉਹ ਹੈ ਜਾਣਦੇ ਸਨ ਹਸਪਤਾਲ ਵਾਲੇ ਜਾ ਰਹੇ ਪਿੰਡ ਦਾ ਹਸਪਤਾਲ ਜੋ ਸੀ ਸਰਕਾਰੀ ਸੀ ਤੇ ਸਪੈਸ਼ਲੀ ਉੱਥੇ ਜਿਹੜੀਆਂ ਨਰਸਾਂ ਸਨ ਉਹ ਅੰਮਾ ਜੀ ਦੀਆਂ ਵੈਸੇ ਬੜੀਆਂ ਤਾਬੇਦਾਰ ਸਨ ਕਿਉਂਕਿ ਹੁੰਦੇ ਜਾਂਦੇ ਗੁੱਸਾ ਉਹ ਲੱਸੀ ਪਿਆ ਰੋਟੀ ਕੋਈ ਇਹ ਹੋਰ ਪਰ ਬੜੀ ਇੱਜ਼ਤ ਕਰਦੀਆਂ ਸਨ ਅੰਮਾ ਜੀ ਉਹ ਐਤਕਾਂ ਵੀ ਜਦੋਂ ਗਏ ਤਾਂ ਸਾਰਾ ਅਮਲਾ ਅੰਮਾ ਜੀ ਨੂੰ ਮਿਲਣ ਆਇਆ ਸੀ ਤੇ ਉਹ ਜਨਾਬੇ ਵਾਲੀ ਉਹਨਾਂ ਨੇ 2 ਜੀ ਮੇਰੇ ਮਗਰ ਚੜ ਗਏ ਨਾ ਇਹਨੂੰ ਲੈ ਕੇ ਆਓ ਔਰ ਮੈਂ ਕਿ ਅੱਲਾ ਦੀ ਕਸਮ ਮੈਂ ਠੀਕ ਆ ਹੁਣ ਮੈਂ ਓਕੇ ਆ ਮੈਨੂੰ ਕੁਝ ਵੀ ਨਹੀਂ ਹੈ ਨਹੀਂ ਤੈਨੂੰ ਪੁੱਤਰ ਟੀਕਾ ਲੱਗਣਾ ਗੱਲ ਹੋਈ ਹੈ ਹੁਣ ਇਹਨਾਂ ਦੇ ਅੱਗੇ ਮੈਂ ਪਿਆ ਵੀ ਆਖਿਆ ਨਾ ਮੈਂ ਓਕੇ ਆ ਇਹਨਾਂ ਆਖਣਾ ਨਾ ਤੈਨੂੰ ਟੀਕਾ ਲੱਗਣਾ ਕਿਉਂਕਿ ਮੇਰੇ ਨਸਲ ਦੇ ਵਿੱਚ ਮਸਲਸ ਦਾ ਮੇਰੇ ਖਿਆਲ ਦੇ ਨਾਲ ਨਾ ਜਾਂ ਟਿਸ਼ੂਜ਼ ਜਿਹੜੇ ਆਏ ਨੇ ਨਾ ਪੱਟਾਂ ਦੇ ਡੇਡ ਟਿਸ਼ੂਜ਼ ਇਸ ਤਰ੍ਹਾਂ ਵੀ ਕਿ ਪੈਰਾਂ ਦੇ ਉੱਤੇ ਭਾਰ ਨਹੀਂ ਪੈਂਦਾ ਉੱਤੋਂ ਇਸ ਤਰ੍ਹਾਂ ਜਿਵੇਂ ਕਿਸੇ ਚੀਜ਼ ਨੇ ਫੜ ਛੜਿਆ ਜਕੜ ਲਿਆ ਤੇ ਚਲੋ ਲਵਾ ਲੈਨੇ ਟੀਕਾ ਔਖਾ ਸੌਖਾ ਹੋ ਕੇ ਪੁੱਛਨੇ ਆ ਡਾਕਟਰ ਨੂੰ ਟੀਕਾ ਲੱਗੇਗਾ ਜਾਂ ਗੋਲੀ ਨਾਲ ਆਰਾਮ ਆ ਜਾਏਗਾ ਬਾਕੀ ਦੀਆਂ ਗੱਲਾਂ ਤੁਹਾਨੂੰ ਦੱਸਦੇ ਜਿਹੜੀ ਵੀ ਗੱਲਬਾਤ ਹੁੰਦੀ ਇੰਜੈਕਸ਼ਨ ਭਰ ਲੈ ਡਾਕਟਰ ਵੀ ਗੋਇੰਗ ਟੂ ਹੈਵ ਇੰਜੈਕਸ਼ਨ ਯੈਸ ਔਨ ਦ ਪਟਾ ਓ ਮਾਈ ਗੁੱਡਨੈਸ ਹੈਲੋ ਜੀ ਉਹਨੇ ਆਖਿਆ ਲੰਮਾ ਪੈ ਜਾ